हाँ जी स्टूडेंट्स, देखो जिवें कि ਆਪਾਂ ਜਿਹੜਾ ਪੁਰਾਣਾ ਵਾ ਪਿੱਛੇ ਵਾਲਾ ਟੌਪਿਕ ਕੀਤਾ ਸੀਗਾ ਜਿਹਦੇ ਵਿੱਚ ਆਪਾਂ ਕੈਲਕੂਲੇਟ ਕੀਤਾ ਸੀਗਾ ਪ੍ਰੋਫਿਟ ਸ਼ੇਅਰਿੰਗ ਰੇਸ਼ੋ, ਨਿਊ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਕੈਲਕੂਲੇਟ ਕੀਤੀ ਸੀ। ਉਹਦੇ ਮੈਂ ਤੁਹਾਨੂੰ ਤਿੰਨੇ ਕੇਸਿਸ ਸੈਂਡ ਕੀਤੇ ਸੀਗੇ ਵੀ ਕਿਸ ਤਰੀਕੇ ਨਾਲ ਆਪਾਂ ਜਿਹੜੀਆਂ ਨਿਊ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਨੂੰ ਆਪਾਂ ਕੈਲਕੂਲੇਟ ਕਰ ਸਕਦੇ ਹਾਂ। ਹੁਣ ਉਹ ਸੀਗੀ ਆਪਣੇ ਕੋਲ ਫਸਟ ਐਡਜਸਟਮੈਂਟ ਸੀਗੀ ਜਿਹਦੇ ਵਿੱਚ ਆਪਾਂ ਨਿਊ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਕੈਲਕੂਲੇਟ ਕਰਦੇ ਹਾਂ। ਹੁਣ ਆਪਣੇ ਕੋਲ ਸੈਕਿੰਡ ਐਡਜਸਟਮੈਂਟ ਆਉਂਦੀ ਹੈ ਕਿ ਜਦੋਂ ਨਵਾਂ ਪਾਰਟਨਰ ਆ ਰਿਹਾ ਵਾ ਫਰਮ ਦੇ ਵਿੱਚ ਤਾਂ ਨਵਾਂ ਪਾਰਟਨਰ ਫਰਮ ਦੇ ਵਿੱਚ ਗੁੱਡਵਿਲ ਲੈ ਕੇ ਆਉਂਦਾ ਵਾ। ਹੁਣ ਜਿਹੜੀ ਉਹ ਗੁੱਡਵਿਲ ਆ ਉਸ ਗੁੱਡਵਿਲ ਨੂੰ ਆਪਾਂ ਕਿਵੇਂ ਟਰੀਟ ਕਰਾਂਗੇ ਇਹਦੀ ਐਡਜਸਟਮੈਂਟ ਕਰਨੀ ਆ। ਪਹਿਲਾਂ ਉਹਦੀ ਥਿਊਰੀ ਦੇਖੋ, ਵੈਨ ਐਵਰ ਵੇਅਰ ਇਜ਼ ਐਡਮਿਸ਼ਨ ਆਫ ਅ ਨਿਊ ਪਾਰਟਨਰ ਦਾ ਗੇਨਿੰਗ ਪਾਰਟਨਰ ਕਿਹੜਾ ਹੁੰਦਾ ਵਾ ਉਹ ਪਾਰਟਨਰ ਜਿਹੜਾ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਜਿਹਦਾ ਇਨਕਰੀਜ਼ ਹੁੰਦਾ ਵਾ ਉਹ ਹੁੰਦਾ ਵਾ ਗੇਨਿੰਗ ਪਾਰਟਨਰ ਮਸਟ ਕੰਪਨਸੇਟ ਦਾ ਸੈਕਰੀਫਾਈਸ ਪਾਰਟਨਰ। ਸੈਕਰੀਫਾਈਸ ਪਾਰਟਨਰ ਕਿਹੜਾ ਹੁੰਦਾ ਵਾ? ਸੈਕਰੀਫਾਈਸ ਪਾਰਟਨਰ ਉਹ ਹੁੰਦਾ ਵਾ ਜਿਹੜਾ ਪ੍ਰੋਫਿਟ ਆ ਉਹਦਾ ਡਿਕਰੀਜ਼ ਹੁੰਦਾ ਵਾ, ਯਾਨੀ ਜਿਹਦੀ ਰੇਸ਼ੋ ਡਿਕਰੀਜ਼ ਹੁੰਦੀ ਆ ਉਹ ਹੁੰਦਾ ਉਹਦਾ ਸੈਕਰੀਫਾਈਸ ਪਾਰਟਨਰ। ਦ ਨਿਊ ਪਾਰਟਨਰ ਹੂ ਗੇਨ ਬਾਈ ਐਕਵਾਇਰਿੰਗ ਅ right to share future profit must be compensate the partner or partner who has or have made the sacrifice। ਹੁਣ ਇਹਦੇ ਵਿੱਚ ਕੀ ਹੈ ਕਿ ਜਿਹੜਾ ਨਵਾਂ ਪਾਰਟਨਰ ਆ ਉਹਦਾ ਕੀ ਰਾਈਟ ਹੁੰਦਾ ਵਾ? ਉਹਦਾ ਇਹ ਰਾਈਟ ਹੁੰਦਾ ਕਿ ਜਿਹੜੇ ਪੁਰਾਣੇ ਪਾਰਟਨਰਸ ਨੇ ਉਹਨੂੰ ਜਿੰਨਾ ਵੀ ਉਹਨਾਂ ਨੇ ਆਪਣਾ ਜੋ ਵੀ ਕੰਪਨਸੇਟ ਕੀਤਾ ਵਾ ਤਾਂ ਨਵੇਂ ਪਾਰਟਨਰ ਨੇ ਉਹ ਸਾਰੇ ਦਾ ਸਾਰਾ ਸ਼ੇਅਰ ਉਹਨਾਂ ਤੋਂ ਗੇਨ ਕਰ ਲੈਣਾ ਵਾ। ਗੁੱਡਵਿਲ ਇਜ਼ ਦਾ ਰੈਪੂਟੇਸ਼ਨ ਆਫ ਦਾ ਬਿਜ਼ਨਸ। ਇਹ ਤਾਂ ਸਾਨੂੰ ਪਤਾ ਵਾ ਕਿ ਜਿਹੜੀ ਫਰਮ ਦੀ ਗੁੱਡਵਿਲ ਆ, ਫਰਮ ਦੀ ਕੀ ਆ? ਰੈਪੂਟੇਸ਼ਨ ਆ। ਤੇ ਜਿਹੜੀ ਇਹ ਫਰਮ ਦੀ ਰੈਪੂਟੇਸ਼ਨ ਆ ਕਿੱਦਾਂ ਬਣਾਉਂਦੇ ਨੇ ਪਾਰਟਨਰਸ? ਹਾਰਡ ਵਰਕਿੰਗ ਦੇ ਨਾਲ, ਡੈਡੀਕੇਸ਼ਨ ਨਾਲ, ਡਿਵੋਸ਼ਨ ਨਾਲ ਤੇ ਆਪਣੀ ਵਧੀਆ ਸਕਿੱਲ ਦੇ ਨਾਲ। ਦਾ ਬਿਜ਼ਨਸ ਰਿਕੁਆਇਰ ਮੋਰ ਐਫਰਟਸ ਡਿਊਰਿੰਗ ਦਾ ਇਟਸ ਇਨੀਸ਼ੀਅਲ ਸਟੇਜ। ਹਮੇਸ਼ਾ ਜਿਹੜਾ ਹਰ ਇੱਕ ਬਿਜ਼ਨਸਮੈਨ ਆ ਉਹ ਕੀ ਚਾਹੁੰਦਾ ਵਾ ਕਿ ਜਿਹੜੀ ਉਹਦੀ ਇਨੀਸ਼ੀਅਲ ਸਟੇਜ ਹੁੰਦੀ ਹੈ, ਜਿਹੜੀ ਉਹਦੀ ਸਭ ਤੋਂ ਪਹਿਲੀ ਸਟੇਜ ਆ ਜਦੋਂ ਬਿਜ਼ਨਸ ਨੂੰ ਸੈਟਅਪ ਕਰਦਾ ਵਾ ਉਸ ਟਾਈਮ ਹੀ ਆਪਣੀ ਜਿਹੜੀ ਗੁੱਡਵਿਲ ਆ ਉਹਨੂੰ ਇਨਕਰੀਜ਼ ਕਰੇ। ਦ ਨਿਊ ਪਾਰਟਨਰ ਵਾਜ਼ ਨੋਟ ਟੂ ਦਾ ਪ੍ਰੈਜ਼ੈਂਟ ਐਟ ਦਾ ਸਟੇਜ ਐਂਡ ਮੇਡ ਨੋ ਸੈਕਰੀਫਾਈਸ। ਜਿਹੜਾ ਨਵਾਂ ਪਾਰਟਨਰ ਹੁੰਦਾ ਵਾ ਉਹ ਇਸ ਸਟੇਜ ਦੇ ਉੱਤੇ ਪ੍ਰੈਜ਼ੈਂਟ ਨਹੀਂ ਹੁੰਦਾ ਕਿਉਂਕਿ ਉਹ ਉਸ ਸਟੇਜ 'ਤੇ ਨਹੀਂ ਆ ਰਹੇ ਹੁੰਦਾ, ਉਸ ਸਟੇਜ 'ਤੇ ਉਹਨਾਂ ਦੇ ਪੁਰਾਣੇ ਪਾਰਟਨਰ ਹੀ ਹੁੰਦੇ ਆ। ਤਾਂ ਉਹ ਕੀ ਹੈ, ਜਿਹੜਾ ਨਵਾਂ ਪਾਰਟਨਰ ਉਹ ਕਿਸੇ ਵੀ ਤਰੀਕੇ ਦਾ ਸੈਕਰੀਫਾਈਸ ਨਹੀਂ ਕਰਦਾ। ਵੈਨ ਹੀ ਜੁਆਇਨ ਦਾ ਫਰਮ ਦਾ ਓਲਡ ਪਾਰਟਨਰ ਹੈਜ਼ ਟੂ ਸੈਕਰੀਫਾਈਸ ਅ ਪਾਰਟ ਆਫ ਦੇਅਰ ਸ਼ੇਅਰ ਆਫ ਪ੍ਰੋਫਿਟ ਇਨ ਫੇਵਰ ਆਫ ਦਾ ਨਿਊ ਪਾਰਟਨਰ। ਤਾਂ ਜਦੋਂ ਨਵਾਂ ਪਾਰਟਨਰ ਜੁਆਇਨ ਕਰਦਾ ਵਾ ਫਰਮ ਨੂੰ ਤਾਂ ਉਸ ਟਾਈਮ ਕੀ ਹੈ, ਜਿਹੜੇ ਪੁਰਾਣੇ ਪਾਰਟਨਰਸ ਨੇ ਉਹ ਆਪਣੀ ਸ਼ੇਅਰ ਦੇ ਵਿੱਚੋਂ ਕੁਝ ਪ੍ਰੋਫਿਟ ਦਾ ਹਿੱਸਾ ਵਾ ਜਿਹੜਾ ਨਵੇਂ ਪਾਰਟਨਰ ਦੇ ਫੇਵਰ 'ਚ ਟ੍ਰਾਂਸਫਰ ਕਰਦੇ ਨੇ। ਸਿੰਸ ਦਾ ਨਿਊ ਪਾਰਟਨਰ ਵਿਲ ਬੀ ਬੈਨੀਫਿਟਡ ਬਾਈ ਸਾਊਂਡ ਵਰਕਿੰਗ ਆਫ ਅ ਫਰਮ ਇਨ ਸੇਮ ਵੇ ਐਜ਼ ਅ ਓਲਡ ਪਾਰਟਨਰ। ਤਾਂ ਜਦੋਂ ਉਹਨਾਂ ਨੂੰ ਜਿਹੜਾ ਨਿਊ ਪਾਰਟਨਰ ਆ ਜਦੋਂ ਫਰਮ ਦੇ ਵਿੱਚ ਐਡ ਹੋ ਜਾਂਦਾ ਵਾ ਤਾਂ ਫਰਮ ਦੇ ਵਿੱਚੋਂ ਸੇਮ ਉਸੇ ਤਰੀਕੇ ਨਾਲ ਕੰਮ ਕਰਦਾ ਵਾ ਜਿਵੇਂ ਉਹ ਪੁਰਾਣੇ ਵਰਕਰਸ ਪੁਰਾਣੇ ਪਾਰਟਨਰਸ ਨੇ ਜਿਹੜੇ ਉਹ ਕੰਮ ਕਰ ਰਹੇ ਹੁੰਦੇ ਨੇ। ਇਨ ਦਾ ਪਾਸਟ if it is therefore the necessary that the new partner should buy something extra to old partner in addition to a capital to compensate them for the sacrifice made by them. The compensation paid by the new partner to the old partner for a good reputation of the business may be in the cash or in the kind। ਹੁਣ ਜਿਹੜਾ ਨਵਾਂ ਪਾਰਟਨਰ ਆ ਰਿਹਾ ਵਾ, ਜਦੋਂ ਨਵਾਂ ਪਾਰਟਨਰ ਫਰਮ ਦੇ ਵਿੱਚ ਆਉਂਦਾ ਵਾ ਤਾਂ ਨਵੇਂ ਪਾਰਟਨਰ ਦੇ ਫਰਮ ਦੇ ਵਿੱਚ ਆਉਣ ਦੇ ਨਾਲ ਇਹ ਤਾਂ ਹੈ ਨਹੀਂ ਗਾ ਕਿ ਉਹ ਫ੍ਰੀ ਆਫ ਕਾਸਟ ਆਊਗਾ। ਉਹ ਕੀ ਆ, ਆਪਣੇ ਜਿਹੜੇ ਪੁਰਾਣੇ ਪਾਰਟਨਰਸ ਨੇ ਉਹਨਾਂ ਨੂੰ ਕੁਛ ਨਾ ਕੁਛ ਜ਼ਰੂਰ ਦਊਗਾ। ਤਾਂ ਉਹ ਕੀ ਕਰਦਾ ਵਾ ਕਿ ਜਦੋਂ ਨਵਾਂ ਪਾਰਟਨਰ ਫਰਮ ਦੇ ਵਿੱਚ ਆਉਂਦਾ ਵਾ ਉਹ ਜਾਂ ਤਾਂ ਕੈਪੀਟਲ ਲੈ ਕੇ ਆਊਗਾ, ਦੋ ਚੀਜ਼ਾਂ ਲੈ ਕੇ ਆਉਂਦਾ ਵਾ, ਇੱਕ ਤਾਂ ਕੈਪੀਟਲ ਲੈ ਕੇ ਆਉਂਦਾ ਵਾ ਤੇ ਇੱਕ ਕੈਸ਼ ਲੈ ਕੇ ਇੱਕ ਗੁੱਡਵਿਲ ਲੈ ਕੇ ਆਉਂਦਾ ਵਾ। ਜਿਹੜੀ ਉਹ ਗੁੱਡਵਿਲ ਲੈ ਕੇ ਆਊਗਾ, ਗੁੱਡਵਿਲ ਜਾਂ ਤਾਂ ਉਹ ਕੈਸ਼ ਦੀ ਫਾਰਮ ਦੇ ਵਿੱਚ ਲੈ ਕੇ ਆਊਗਾ ਜਾਂ ਫਿਰ ਕਿਸੇ ਵੀ ਕਾਈਂਡ ਵਿੱਚੋਂ ਲੈ ਕੇ ਆ ਸਕਦਾ ਵਾ। Therefore the valuation of the goodwill is necessary at the time of the admission। ਇਸ ਲਈ ਜਦੋਂ ਵੀ ਆਪਾਂ ਨਵਾਂ ਪਾਰਟਨਰ ਐਡ ਕਰਦੇ ਆ ਤਾਂ ਉਸ ਟਾਈਮ ਆਪਾਂ ਗੁੱਡਵਿਲ ਦੀ ਵੈਲਿਊਏਸ਼ਨ ਕਰਨੀ ਹੈ ਜਿਹੜੀ ਉਹ ਜ਼ਰੂਰੀ ਹੁੰਦੀ ਆ। ਹੁਣ ਦੇਖੋ ਆਪਾਂ ਗੁੱਡਵਿਲ ਦੀ ਵੈਲਿਊਏਸ਼ਨ ਕਿਸ ਤਰੀਕੇ ਨਾਲ ਕਰਨੀ ਆ। ਜਿਹੜੇ ਆਪਾਂ ਪਿੱਛੇ ਕੀਤੇ ਸੀਗੇ ਸਮ ਨਿਊ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਕੱਢੀ ਸੀ, ਉਹਦੇ ਵਿੱਚ ਆਪਾਂ ਗੇਨਿੰਗ ਰੇਸ਼ੋ, ਸੈਕਰੀਫਾਈਸ ਰੇਸ਼ੋ, ਠੀਕ ਹੈ, ਇਹ ਸਾਰੀਆਂ ਕੁਝ ਕੈਲਕੂਲੇਟ ਕੀਤੀਆਂ ਸੀਗੀਆਂ। ਹੁਣ ਜਿਹੜੀ ਆਪਾਂ ਗੁੱਡਵਿਲ ਦੀ ਅਕਾਊਂਟਿੰਗ ਟ੍ਰੀਟਮੈਂਟ ਕਰਨੀ ਆ ਇਹ ਤੁਸੀਂ ਜਰਨਲ ਐਂਟਰੀ ਦੇ ਫਾਰਮ ਦੇ ਵਿੱਚ ਕਰਾਂਗੇ। ਫਸਟ ਕੇਸ ਦੇਖੋ, ਵੈਨ ਗੁੱਡਵਿਲ ਪ੍ਰੀਮੀਅਮ ਪੇਡ ਪ੍ਰਾਈਵੇਟ। ਹੁਣ ਜਿਹੜੀ ਗੁੱਡਵਿਲ ਆ ਉਹਨੂੰ ਆਪਾਂ ਜਦੋਂ ਐਂਟਰੀਆਂ ਪਾਵਾਂਗੇ ਤਾਂ ਉਹਦੇ ਵਿੱਚ ਆਪਾਂ ਗੁੱਡਵਿਲ ਨਹੀਂ ਲਿਖਣਾ ਹੈਗਾ, ਉਹਦੇ ਵਿੱਚ ਆਪਾਂ ਗੁੱਡਵਿਲ ਨੂੰ ਪ੍ਰੀਮੀਅਮ ਸ਼ੋ ਕਰਨਾ ਵਾ, ਠੀਕ ਆ। ਇਫ ਨਿਊ ਪਾਰਟਨਰ ਪੇ ਹਿਜ਼ ਸ਼ੇਅਰ ਆਫ ਦਾ ਗੁੱਡਵਿਲ ਪ੍ਰਾਈਵੇਟ ਟੂ ਦਾ ਓਲਡ ਪਾਰਟਨਰਸ ਨੋ ਜਰਨਲ ਐਂਟਰੀ ਇਜ਼ ਰਿਕੁਆਇਰਡ ਇਨ ਦਾ ਬੁੱਕਸ ਆਫ ਫਰਮ, ਠੀਕ ਆ। ਜਦੋਂ ਵੀ ਨਵਾਂ ਪਾਰਟਨਰ ਫਰਮ ਦੇ ਵਿੱਚ ਆ ਰਿਹਾ ਵਾ, ਅਗਰ ਨਵੇਂ ਪਾਰਟਨਰ ਨੇ ਫਰਮ ਦੇ ਵਿੱਚ ਜਿਹੜੀ ਗੁੱਡਵਿਲ ਆ ਉਹ ਪਾਰਟਨਰਸ ਨੂੰ ਪ੍ਰਾਈਵੇਟ ਦੇਤੀ ਆ
यानी उन्हें फर्म ਦੇ ਵਿੱਚ ਨਹੀਂ ਉਹ ਕੀਤੀ ਹੈਗੀ ਗੁੱਡਵਿਲ ਨੂੰ ਐਡ, ਉਹਨਾਂ ਨੂੰ ਜਿਹੜੀ ਗੁੱਡਵਿਲ ਦਿੱਤੀ ਆ ਜਿਹੜੇ ਪਾਰਟਨਰਸ ਨੇ ਉਹਨਾਂ ਨੇ ਪ੍ਰਾਈਵੇਟ ਯੂਜ਼ ਕੀਤਾ ਵਾ, ਤਾਂ ਉਸ ਟਾਈਮ ਆਪਾਂ ਕੋਈ ਵੀ ਐਂਟਰੀ ਬੁੱਕ ਦੇ ਵਿੱਚ ਨਹੀਂ ਟ੍ਰਾਂਸਫਰ ਕਰਾਂਗੇ। ਸੈਕਿੰਡ ਕੇਸ, ਅਗਰ ਗੁੱਡਵਿਲ ਆ ਉਹ ਕੈਸ਼ ਦੇ ਵਿੱਚ ਲੈ ਕੇ ਆ ਰਿਹਾ ਵਾ, ਇਫ ਦਾ ਨਿਊ ਪਾਰਟਨਰ ਬ੍ਰਿੰਗ ਹਿਜ਼ ਸ਼ੇਅਰ ਆਫ ਗੁੱਡਵਿਲ यानी प्रीमियम इन अ कैश दैन जर्नल एंट्री विल बी फॉलो। तो देखो आप किहड़ी एंट्री पावांगे, फस्ट देखो अगर वो कैश दे विच लैके आ रहा वा तो आप एंट्री पावांगे कैश या बैंक टू प्रीमियम, दोनों दे विच आपां किसी दे विच भी पा सकते हैं, टू प्रीमियम पावांगे। बीइंग जरूर लिखना वा, जिवें तुहानूं मैं हर बार कहनी है कि बीइंग लिखना भुल्लिओ ना। बीइंग की है, नवा पार्टनर कैश अपनी प्रीमियम लैके आ रहा, सेम वही लिखांगे बीइंग गुडविल बाउट इन बाय न्यू पार्टनर। सैकेंड, ਜਿਹੜਾ ਹੁਣ ਪਾਰਟਨਰ ਆਪਣੀ ਨਵੀਂ ਗੁੱਡਵਿਲ ਲੈ ਕੇ ਆਇਆ ਵਾ, ਉਸ ਗੁੱਡਵਿਲ ਨੂੰ ਆਪਾਂ ਸੈਕਰੀਫਾਈ ਰੇਸ਼ੋ ਦੇ ਵਿੱਚ ਡਿਵਾਈਡ ਕਰਨਾ ਵਾ ਪੁਰਾਣੇ ਪਾਰਟਨਰਸ ਦੇ ਵਿੱਚ। ਐਂਟਰੀ ਪਊਗੀ ਪ੍ਰੀਮੀਅਮ ਅਕਾਊਂਟ ਡੈਬਿਟ ਟੂ 올ਡ ਪਾਰਟਨਰ, ਠੀਕ ਹੈ। ਧਿਆਨ ਰੱਖਣਾ ਵਾ ਕਿ ਆਪਾਂ ਸੈਕਰੀਫਾਈ ਰੇਸ਼ੋ ਦੇ ਵਿੱਚ ਹੀ ਟ੍ਰਾਂਸਫਰ ਕਰਨਾ ਵਾ। ਥਰਡ ਆ, ਇਫ ਦਾ ਗੁੱਡਵਿਲ ਇਜ਼ ਵਿਡਰੋਨ ਬਾय ਦਾ 올ਡ ਪਾਰਟਨਰ, ਅਗਰ ਗੁੱਡਵਿਲ ਆ ਪੁਰਾਣੇ ਪਾਰਟਨਰਸ ਨੇ ਵਿਡਰੋ ਕਰਵਾ ਲਈ, ਜਿਹੜੀ ਗੁੱਡਵਿਲ ਆਪਾਂ ਉਹਨਾਂ ਨੂੰ ਵੰਡੀ ਸੀਗੀ, ਤਾਂ ਅਗਰ ਪੁਰਾਣੇ ਪਾਰਟਨਰਸ ਨੇ ਵਿਡਰੋ ਕਰਵਾ ਲਈ ਤਾਂ ਉਸ ਟਾਈਮ ਆਪਾਂ ਐਂਟਰੀ ਕੀ ਪਾਵਾਂਗੇ, 올ਡ ਪਾਰਟਨਰਸ ਕੈਪੀਟਲ ਅਕਾਊਂਟ ਡੈਬਿਟ ਟੂ ਕੈਸ਼ ਜਾਂ ਫਿਰ ਬੈਂਕ ਦੇ ਨਾਲ। ਕਲੀਅਰ ਆ ਐਂਟਰੀ ਤੁਸੀਂ ਉਦੋਂ ਟ੍ਰਾਂਸਫਰ ਕਰੋਗੇ ਜਦੋਂ ਤੁਹਾਨੂੰ ਸਮ ਦੇ ਵਿੱਚ ਸਪੈਸ਼ਲ ਮੈਂਸ਼ਨ ਕੀਤਾ ਹੋਵੇ ਕਿ ਜਿਹੜੀ ਗੁੱਡਵਿਲ ਆ ਪੁਰਾਣੇ ਪਾਰਟਨਰਸ ਨੇ ਵਿਡਰੋ ਕਰਵਾ ਲਈ ਆ, ਅਦਰਵਾਈਜ਼ ਪਹਿਲੀਆਂ ਦੋ ਐਂਟਰੀਆਂ ਤਾਂ ਪੈਣੀਆਂ ਹੀ ਪੈਣੀਆਂ ਨੇ। ਦੇਖੋ ਜਿਵੇਂ ਇਲਸਟ੍ਰੇਸ਼ਨ ਆ ਇਹਦੇ ਵਿੱਚ ਆਪਣੇ ਕੋਲ A ਤੇ B ਦੋ ਪਾਰਟਨਰਸ ਨੇ, ਸ਼ੇਅਰਿੰਗ ਪ੍ਰੋਫਿਟ ਐਂਡ ਦਾ ਲਾਸ ਇਨ ਦਾ ਰੇਸ਼ੋ ਆ 5:3। C ਐਡ ਹੋ ਰਿਹਾ ਵਾ ਨਵਾਂ ਪਾਰਟਨਰ, ਤੇ ਨਵਾਂ ਪਾਰਟਨਰ ਆ 1/4 ਸ਼ੇਅਰ ਲੈ ਕੇ ਆ ਰਿਹਾ ਵਾ। ਹੀ ਬ੍ਰਿੰਗ ਰੁਪੀਜ਼ 30,000 ਐਜ਼ ਇਜ਼ ਸ਼ੇਅਰ ਆਫ ਦਾ ਗੁੱਡਵਿਲ, ਤੇ 30,000 ਦੀ ਗੁੱਡਵਿਲ ਦਾ ਸ਼ੇਅਰ ਆ, ਉਹਦਾ ਆਪਣਾ ਪਰ ਨੈਸੈਸਰੀ ਜਰਨਲ ਐਂਟਰੀ ਇਫ ਦਾ ਗੁੱਡਵਿਲ ਅਕਾਊਂਟ ਅਮਾਊਂਟ ਵਾਜ਼ ਰਿਟੇਨ ਇਨ ਦਾ ਬਿਜ਼ਨਸ ਬਾਏ A ਐਂਡ B, ਠੀਕ ਆ। ਤੇ ਆਪਾਂ ਐਂਟਰੀ ਪਾਸ ਕਰਨੀ ਆ ਜਦੋਂ ਗੁੱਡਵਿਲ A ਤੇ B ਦੋਨੇ ਪਾਰਟਨਰ ਫਰਮ ਦੇ ਵਿੱਚ ਰੱਖ ਰਹੇ ਨੇ। ਪਹਿਲੀ ਐਂਟਰੀ ਸੇਮ ਉਹੀ ਪਊਗੀ, ਬੈਂਕ ਅਕਾਊਂਟ ਡੈਬਿਟ ਟੂ ਪ੍ਰੀਮੀਅਮ, ਬੈਂਕ ਨਾ ਪਾ ਲਓ ਚਾਹੇ ਤੁਸੀਂ ਇਹਦੇ ਵਿੱਚ ਕੈਸ਼ ਨਾ ਪਾ ਲਓ, ਠੀਕ ਆ। ਬੈਂਕ ਅਕਾਊਂਟ ਡੈਬਿਟ ਟੂ ਪ੍ਰੀਮੀਅਮ ਅਕਾਊਂਟ ਕਿੰਨੀ ਲੈ ਕੇ ਆਇਆ ਸੀਗਾ, 30,000 ਲੈ ਕੇ ਆਇਆ, 30,000 ਬੀਇੰਗ ਅਬਾਊਟ ਬਾਏ ਆ ਨਿਊ ਪਾਰਟਨਰ। ਸੈਕਿੰਡ ਐਂਟਰੀ ਕੀ ਪੈਣੀ ਸੀਗੀ, ਜਿਹੜੀ ਉਹ ਗੁੱਡਵਿਲ ਲੈ ਕੇ ਆਇਆ ਵਾ ਆਪਾਂ ਦੋਨਾਂ ਪਾਰਟਨਰਸ ਦੇ ਵਿੱਚ ਡਿਵਾਈਡ ਕਰਨੀ ਆ। ਐਂਟਰੀ ਪਊਗੀ ਪ੍ਰੀਮੀਅਮ ਅਕਾਊਂਟ ਡੈਬਿਟ ਟੂ A ਟੂ B, ਕਿਹਦੇ ਵਿੱਚ ਗਈ ਸੀਗੀ ਸੈਕਰੀਫਾਈ ਰੇਸ਼ੋ ਦੇ ਵਿੱਚ, ਤਾਂ ਆਪਾਂ ਨੂੰ ਸੈਕਰੀਫਾਈ ਰੇਸ਼ੋ ਦੇ ਵਿੱਚ ਡਿਵਾਈਡ ਕਰਨਾ ਵਾ। ਦੇਖੋ ਸੈਕਰੀਫਾਈ ਰੇਸ਼ੋ ਨੂੰ ਆਪਾਂ ਕਿਵੇਂ ਕੈਲਕੂਲੇਟ ਕਰਨਾ ਵਾ, ਜਿਵੇਂ ਤੁਸੀਂ ਨਿਊ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਦੇ ਵਿੱਚ ਸੈਕਰੀਫਾਈ ਰੇਸ਼ੋ ਕੈਲਕੂਲੇਟ ਕੀਤੀ ਸੀ, ਉਸ ਟਾਈਮ ਤੁਸੀਂ ਕੀ ਆ ਕੇਸ ਦੇਖੇ ਸੀਗੇ ਨਾ, ਕਿਹੜੇ ਕੇਸ ਦੇ ਵਿੱਚ ਕਿਵੇਂ ਕਰਨੀ ਹੈ। ਜਿਵੇਂ ਫਸਟ ਕੇਸ ਸੀਗਾ, ਫਸਟ ਕੇਸ ਦੇ ਵਿੱਚ ਕੀ ਸੀਗਾ, ਵੈਨ ਦਾ ਨਿਊ ਪਾਰਟਨਰ ਸ਼ੇਅਰ ਇਜ਼ ਗਿਵਨ ਬਟ ਦਾ ਸੈਕਰੀਫਾਈ ਰੇਸ਼ੋ ਮੇਡ ਬਾय ਦਾ 올ਡ ਪਾਰਟਨਰ ਇਜ਼ ਨਾਟ ਗਿਵਨ, ਤਾਂ ਉਸ ਟਾਈਮ ਆਪਾਂ ਜਿਹੜੀ ਆ ਨਿਊ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਕਿਵੇਂ ਕੱਢਣੀ ਆ, ਕਿਉਂਕਿ ਤੁਹਾਡੇ ਕੋਲ ਪੁਰਾਣੀ ਰੇਸ਼ੋ ਦਿੱਤੀ ਹੋਈ ਆ, ਤੁਸੀਂ ਨਵੀਂ ਰੇਸ਼ੋ ਦੇ ਨਾਲ ਹੀ ਆਪਣੀ ਸੈਕਰੀਫਾਈ ਰੇਸ਼ੋ ਕੱਢੋਗੇ, ਕਿਉਂਕਿ 올ਡ ਦੇ ਵਿੱਚੋਂ ਨਿਊ ਮਾਈਨਸ ਕਰਾਂਗੇ ਤਾਂ ਆਪਣਾ ਸੈਕਰੀਫਾਈ ਰੇਸ਼ੋ ਨਿਕਲੂਗਾ। ਤਾਂ ਇਹਦੇ ਤੇ ਫਸਟ ਕੇਸ ਲੱਗ ਰਿਹਾ ਵਾ ਕਿ ਜਦੋਂ ਨਿਊ ਪਾਰਟਨਰ ਦਾ ਸ਼ੇਅਰ ਗਿਵਨ ਹੋਵੇ ਬਟ ਜਿਹੜੇ ਤੁਹਾਡੇ ਪੁਰਾਣੇ ਪਾਰਟਨਰਸ ਆ ਉਹਨਾਂ ਦੀ ਸੈਕਰੀਫਾਈ ਰੇਸ਼ੋ ਨਾ ਦਿੱਤੀ ਹੋਵੇ, ਠੀਕ ਹੈ ਨਾ। ਤਾਂ ਉਸ ਟਾਈਮ ਆਪਾਂ ਦੇਖੋ ਕਿਵੇਂ ਕੱਢਾਂਗੇ ਸੈਕਰੀਫਾਈ ਰੇਸ਼ੋ। ਲੈਟ ਟੋਟਲ ਸ਼ੇਅਰ 1, C ਦਾ ਸ਼ੇਅਰ ਆ 1/4, ਰਿਮੇਨਿੰਗ ਆਪਣੇ ਕੋਲ ਬਚ ਗਿਆ 3/4। A ਦਾ ਨਿਊ ਸ਼ੇਅਰ ਆ ਕਿਵੇਂ ਕੈਲਕੂਲੇਟ ਕਰਨਾ ਵਾ, ਰਿਮੇਨਿੰਗ ਮਲਟੀਪਲਾਈ ਬਾਏ 올ਡ ਰੇਸ਼ੋ ਉਹਨਾਂ ਦੀ ਕਿੰਨੀ ਸੀਗੀ 5:3, ਪੁਰਾਣੀ ਰੇਸ਼ੋ ਆ 5:3, ਯਾਨੀ ਤੁਹਾਡੇ ਕੋਲ ਬਣ ਗਈ 5/8। A ਦਾ ਨਿਊ ਸ਼ੇਅਰ ਆ ਗਿਆ 15/32। ਸੇਮ ਇੱਦਾਂ ਹੀ ਆਪਾਂ B ਦਾ ਕੈਲਕੂਲੇਟ ਕਰਾਂਗੇ, 3/4 ਆਪਣੇ ਕੋਲ ਹੋ ਜਾਊਗਾ ਰਿਮੇਨਿੰਗ, ਤੇ 3/8 ਹੋ ਗਿਆ ਆਪਣੇ ਕੋਲ 올ਡ, ਇਹਦਾ ਆ ਗਿਆ 9/32, ਕਲੀਅਰ ਆ। ਤੇ ਨੈਕਸਟ ਜਦੋਂ ਆਪਾਂ ਨਿਊ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਕੈਲਕੂਲੇਟ ਕਰਨੀ ਆ ਤਾਂ ਨਿਊ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਦਾ ਲਾਸਟ ਸਟੈਪ ਕੀ ਆ ਕਿ ਜਦੋਂ ਆਪਾਂ ਕੈਲਕੂਲੇਟ ਕਰ ਲਈ ਤਾਂ ਉਹਨਾਂ ਦਾ ਡਿਨੋਮੀਨੇਟਰ ਹਰ ਇੱਕ ਪਾਰਟਨਰ ਦਾ ਆਪਾਂ ਇਕੁਅਲ ਕਰਨਾ ਵਾ। 15/32, 9/32, ਇਹਦਾ ਆ ਗਿਆ 1/4 ਆ। ਹੁਣ ਇੱਥੇ ਦੋਨਾਂ ਦਾ 32 ਆ ਤੇ ਇਹਦਾ ਵੀ ਆਪਾਂ ਇਕੁਅਲ 32 ਨਾਲ ਕਰਾਂਗੇ, यानी किवें करांगे 8 ਨਾਲ ਮਲਟੀਪਲਾਈ ਕਰਾਂਗੇ ਤਾਂ 32 ਹੋਊਗਾ 8/8, यानी अपने कोल जिहड़ी आ न्यू प्रॉफिट शेयरिंग रेशो कितनी बन जूगी 15, 9 ते 8। ਹੁਣ ਆਪਾਂ ਕੱਢਾਂਗੇ ਸੈਕਰੀਫਾਈ ਰੇਸ਼ੋ। ਸੈਕਰੀਫਾਈ ਰੇਸ਼ੋ ਕੱਢਣ ਦਾ ਫਾਰਮੂਲਾ ਕੀ ਸੀਗਾ, 올ਡ ਮਾਈਨਸ ਨਿਊ। 올ਡ ਹੋ ਗਿਆ 5/8 ਤੇ ਨਿਊ ਕਿੰਨੀ ਸੀਗੀ 15/32। ਇਹਨੂੰ ਜਦੋਂ ਆਪਾਂ ਸੋਲਵ ਕਰਾਂਗੇ ਆਪਣੇ ਕੋਲ ਆ ਜਾਊਗਾ 5/32। ਸੇਮ ਇੱਦਾਂ ਆਪਾਂ B ਦਾ ਕੱਢਾਂਗੇ 3/8, 9/32 ਸੀਗਾ ਉਹਦਾ ਨਿਊ ਸ਼ੇਅਰ। ਇਹਨੂੰ ਕੈਲਕੂਲੇਟ ਕਰਾਂਗੇ ਕਿੰਨਾ ਆ ਜਾਏਗਾ 3/2, ਯਾਨੀ ਸੈਕਰੀਫਾਈ ਰੇਸ਼ੋ ਕਿੰਨੀ ਨਿਕਲਿਆ ਤੁਹਾਡੇ ਕੋਲ 5/32 ਤੇ 3/32, यानी तो रेशो की बन गई 5:3। आ देखो 5:3।
ਤਾਂ ਜਿਹੜੀ ਤੁਹਾਡੇ ਕੋਲ ਪ੍ਰੀਮੀਅਮ ਸੀਗਾ ਉਹਨੂੰ ਆਪਾਂ 5^3 ਦੇ ਵਿੱਚ ਡਿਵਾਈਡ ਕਰਤਾ, ਆਪਣੇ ਕੋਲ ਅਗੇ 18,750 ਤੇ 11,250 ਦੇ ਵਿੱਚ ਆਪਾਂ ਇਹਨੂੰ ਡਿਵਾਈਡ ਕਰ ਲਿਆ। ਕਲੀਅਰ ਹੋ ਗਿਆ। ਇੰਨਾ ਧਿਆਨ ਰੱਖਣਾ ਵਾ ਕਿ ਜਿਹੜੀ ਆਪਾਂ ਗੁੱਡਵਿਲ ਫਰਮ ਦੇ ਵਿੱਚ ਲੈ ਕੇ ਆਣੀ ਆ ਤਾਂ ਉਹ ਗੁੱਡਵਿਲ ਹਮੇਸ਼ਾ ਆਪਾਂ ਸੈਕਰੀਫਾਈ ਰੇਸ਼ੋ ਦੇ ਵਿੱਚ ਡਿਵਾਈਡ ਕਰਨੀ ਆ। ਜੇ ਤੁਹਾਨੂੰ ਇੱਥੇ ਸੈਕਰੀਫਾਈ ਰੇਸ਼ੋ ਕੱਢਣ ਦਾ ਫਾਰਮੂਲਾ ਤਾਂ ਇੱਕ ਆਹ ਤਰੀਕਾ ਵਾ, ਠੀਕ ਆ, ਇਸ ਤਰੀਕੇ ਨਾਲ ਕੱਢ ਸਕਦੇ ਹੋ, ਜਾਂ ਫਿਰ ਅਗਰ ਆਪਣੇ ਕੋਲ ਦੋਨੇ ਰੇਸ਼ੋਜ਼ ਦਿੱਤੀਆਂ ਹੋਣ ਤਾਂ ਆਪਾਂ ਦੋਨਾਂ ਰੇਸ਼ੋਜ਼ ਨਾਲ ਕੱਢ ਸਕਦੇ ਹਾਂ। ਅਗਰ ਤੁਹਾਨੂੰ ਸਮ ਦੇ ਵਿੱਚ ਨਵੀਂ ਰੇਸ਼ੋ ਦਿੱਤੀ ਨਵੀਂ ਰੇਸ਼ੋ ਨਾ ਦਿੱਤੀ ਹੋਵੇ, ਸਿਰਫ ਪੁਰਾਣੀ ਰੇਸ਼ੋ ਦਿੱਤੀ ਹੋਵੇ, ਤਾਂ ਆਪਾਂ 올ਡ ਰੇਸ਼ੋ ਨੂੰ ਸੈਕਰੀਫਾਈ ਰੇਸ਼ੋ ਮੰਨ ਕੇ ਚੱਲ ਸਕਦੇ ਹਾਂ। ਨੈਕਸਟ ਇਲਸਟ੍ਰੇਸ਼ਨ ਦੇਖੀਏ। ਨੈਕਸਟ ਦੇ ਵਿੱਚ ਆ ਜਿਵੇਂ ਨੈਕਸਟ ਆ ਗਿਆ ਤੁਹਾਡੇ ਕੋਲ एक्स वाई ਤੇ Z, एक्स वाई Z ਤਿੰਨ ਪਾਰਟਨਰਸ ਨੇ, ਤਿੰਨਾਂ ਦੀ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਦਿੱਤੀ ਹੋਈ ਆ 3, 2 ਤੇ 1। W ਐਡ ਹੋ ਰਿਹਾ ਵਾ ਨਿਊ ਪਾਰਟਨਰ 1/6 ਸ਼ੇਅਰ ਲੈ ਕੇ। ਈ ਬ੍ਰਿੰਗ ₹30,000 ਫॉर ਹਿਜ਼ ਸ਼ੇਅਰ ਆਫ ਦਾ ਗੁੱਡਵਿਲ। ਪਾਸ ਨੈਸੈਸਰੀ ਜਰਨਲ ਐਂਟਰੀ ਫॉर ਦਾ ਟ੍ਰੀਟਮੈਂਟ ਆਫ ਦਾ ਗੁੱਡਵਿਲ ਅਸਿਊਮਿੰਗ ਦੈਟ ਗੁੱਡਵਿਲ ਇਜ਼ ਵਿਡਰਾਨ ਬਾय ਦਾ 올ਡ ਪਾਰਟਨਰ। ਠੀਕ ਆ, ਹੁਣ ਇਹ 'ਚ ਇਹਨਾਂ ਨੇ ਸਪੈਸ਼ਲ ਮੈਂਸ਼ਨ ਕਰਤਾ ਵੀ ਪੁਰਾਣੇ ਪਾਰਟਨਰਸ ਨੇ ਜਿਹੜੀ ਗੁੱਡਵਿਲ ਆ ਉਹ ਵਿਡਰਾ ਕਰ ਲਈ। ਐਂਟਰੀ ਕੀ ਪਾਵਾਂਗੇ ਆਪਾਂ, फस्ट एंट्री सेम होगी कैश टू प्रीमियम 36,000 ਦੇ ਉਹ ਲੈ ਕੇ ਆਇਆ ਵਾ। ਫਿਰ ਕਿਸੇ ਪ੍ਰੀਮੀਅਮ ਨੂੰ ਆਪਾਂ ਤਿੰਨਾਂ ਪਾਰਟਨਰਸ ਦੇ ਵਿੱਚ ਡਿਵਾਈਡ ਕਰਨਾ, ਕੀ ਕਰਨਾ ਸੀਗਾ ਸੈਕਰੀਫਾਈ ਰੇਸ਼ੋ ਦੇ ਵਿੱਚ। ਪ੍ਰੀਮੀਅਮ ਟੂ X ਟੂ Y ਟੂ Z ਆ ਸੇਮ ਜਿਹੜਾ ਪਿੱਛੇ ਆਪਾਂ ਵਰਕਿੰਗ ਨੋਟ ਕੱਢਿਆ, ਸੇਮ ਉਸ ਤੇ ਵਰਕਿੰਗ ਨੋਟ ਦੇ ਰਿਗਾਰਡਿੰਗ ਇਹਨਾਂ ਨੇ ਕੀ ਸੈਕਰੀਫਾਈ ਰੇਸ਼ੋ ਕੈਲਕੂਲੇਟ ਕਰ ਲਈ। ਤਾਂ ਸੈਕਰੀਫਾਈ ਰੇਸ਼ੋ ਨਿਕਲੇਗੀ 3, 2 ਤੇ 1। ਠੀਕ ਆ, ਹੁਣ ਇਹਦੇ ਵਿੱਚ ਸੇਮ ਮੈਂ ਉਹੀ ਗੱਲ ਕਹੂੰਗੀ ਕਿ ਅਗਰ ਤੁਹਾਨੂੰ ਦੋਨੇ ਰੇਸ਼ੋ ਨਾ ਦਿੱਤੀਆਂ ਹੋਣ, ਇੱਕ ਸਿੰਗਲ ਰੇਸ਼ੋ ਹੀ ਦਿੱਤੀ ਹੋਵੇ, ਤਾਂ ਜਿਹੜੀ ਤੁਹਾਡੀ 올ਡ ਰੇਸ਼ੋ ਹੋਊਗੀ ਉਹਨੂੰ ਆਪਾਂ ਸੈਕਰੀਫਾਈ ਰੇਸ਼ੋ ਮੰਨ ਕੇ ਜਿਹੜੀ ਪ੍ਰੀਮੀਅਮ ਆ ਉਹ ਡਿਵਾਈਡ ਕਰ ਸਕਦੇ ਹਾਂ। ਤਾਂ 3, 2, 1 ਦੇ ਵਿੱਚ ਆਪਾਂ ਡਿਵਾਈਡ ਕਰਾਂਗੇ, ਆਊਗਾ 18,000, 12,000 ਤੇ 6,000। ਲਾਸਟ ਵਿੱਚ ਉਹਨਾਂ ਨੇ ਕੀ ਕਿਹਾ ਵਾ ਕਿ ਜਿਹੜੀ ਇਹ ਗੁੱਡਵਿਲ ਆ ਪਾਰਟਨਰਸ ਨੇ ਵਿਡਰਾ ਕਰਵਾ ਲਈ ਆ, ਤਾਂ ਵਿਡਰਾ ਦੀ ਐਂਟਰੀ ਕੀ ਪੈਣੀ ਸੀ, 올ਡ ਪਾਰਟਨਰਸ ਕੈਪੀਟਲ ਅਕਾਊਂਟ ਡੈਬਿਟ ਟੂ ਕੈਸ਼। ਠੀਕ ਹੈ, ਜਿੰਨੀ ਉਹਨਾਂ ਨੂੰ ਦਿੱਤੀ ਸੀਗੀ ਉਹ ਉਹਨਾਂ ਨੇ ਵਿਡਰਾ ਕਰਵਾ ਲਈ। 18,000, 12,000 ਤੇ 6,000, ਯਾਨੀ ਟੋਟਲ ਕਿੰਨੀ ਸੀਗੀ ਉਹਦੇ ਕੋਲ 36,000। ਕਲੀਅਰ ਆ। ਹੁਣ ਇਹ ਵਾਲੀ ਜਿਹੜੀ ਥਰਡ ਐਂਟਰੀ ਹੈ ਤੁਸੀਂ ਉਦੋਂ ਪਾਣੀ ਆ ਥਰਡ ਐਂਟਰੀ ਜਦੋਂ ਤੁਹਾਨੂੰ ਉਹਦੇ ਵਿੱਚ ਮੈਂਸ਼ਨ ਹੋਵੇ ਕਿ ਜਿਹੜੀ ਗੁੱਡਵਿਲ ਆ ਪਾਰਟਨਰਸ ਨੇ ਵਿਡਰਾ ਕਰਵਾਈ ਆ। ਨੈਕਸਟ ਦੇਖੋ 16 ਦੇ ਵਿੱਚ ਹੁਣ LM ਦੋ ਪਾਰਟਨਰਸ ਨੇ, ਦੋਨਾਂ ਦੀ ਰੇਸ਼ੋ ਆ 3:2। ਨਵਾਂ ਪਾਰਟਨਰ 1/4 ਸ਼ੇਅਰ ਲੈ ਕੇ ਆ ਰਿਹਾ ਵਾ। 1/4 ਸ਼ੇਅਰ ਵਿੱਚ ਹੀ ਟੇਕ ਐਂਟਾਈਟਲੀ ਫॉर L। ਜਿਹੜਾ ਨਵੇਂ ਪਾਰਟਨਰ ਦਾ ਜਿੰਨਾ ਵੀ ਸ਼ੇਅਰ ਸੀਗਾ ਸਾਰੇ ਦਾ ਸਾਰਾ ਸ਼ੇਅਰ L ਨੇ ਲੈ ਲੈਣਾ ਵਾ। ਫਰਮ ਦੀ ਗੁੱਡਵਿਲ ਦਿੱਤੀ ਹੋਈ ਹੈ 60,000। ਜਿਹੜੇ ਆਪਾਂ ਪਿੱਛੇ ਦੋ ਇਲਸਟ੍ਰੇਸ਼ਨ ਕੀਤੀਆਂ ਨੇ ਉਹਦੇ ਵਿੱਚ ਜਿਹੜੀ ਗੁੱਡਵਿਲ ਦਿੱਤੀ ਹੋਈ ਆ ਉਹ ਉਸ ਪਾਰਟਨਰ ਦੀ ਦਿੱਤੀ ਹੋਈ ਆ, ਫਰਮ ਦੀ ਨਹੀਂ ਦਿੱਤੀ ਹੋਈ ਹੈਗੀ। ਤਾਂ ਆਪਾਂ ਕੀ ਕਰਦੇ ਹਾਂ, ਜਿਹੜੀ ਫਸਟ ਐਂਟਰੀ ਪਾਉਂਦੇ ਹਾਂ ਆਪਾਂ ਕੈਸ਼ ਟੂ ਪ੍ਰੀਮੀਅਮ, ਉਹਦੇ ਵਿੱਚ ਆਪਾਂ ਜਿੰਨੀ ਉਹ ਗੁੱਡਵਿਲ ਖੁਦ ਲੈ ਕੇ ਆਇਆ ਵਾ ਉਹਨੇ ਦੀ ਉਹਨੇ ਟ੍ਰਾਂਸਫਰ ਕਰ ਦਿੰਦੇ ਹਾਂ। ਪਰ ਇਹਦੇ ਵਿੱਚ ਫਰਮ ਦੀ ਦਿੱਤੀ ਹੋਈ ਆ ਤਾਂ ਇਟ ਮੀਨਸ ਦਾ ਕਿ ਟੋਟਲ ਦਿੱਤੀ ਹੋਈ ਹੈ ਤਿੰਨਾਂ ਪਾਰਟਨਰਸ ਦੀ, ਪੁਰਾਣੇ ਪਾਰਟਨਰ ਤੇ ਨਵੇਂ ਪਾਰਟਨਰ ਦੀ। ਜਿਹੜੀ ਟੋਟਲ ਫਰਮ ਦੀ ਗੁੱਡਵਿਲ ਹੁੰਦੀ ਹੈ ਤਾਂ ਉਹਦੇ ਵਿੱਚ ਨਵਾਂ ਪਾਰਟਨਰ ਵੀ ਐਡ ਹੁੰਦਾ ਵਾ। ਤਾਂ ਆਪਾਂ ਜਿਹੜੀਆਂ ਨਵੇਂ ਪਾਰਟਨਰ ਦੀ ਜਿਹੜੀ ਗੁੱਡਵਿਲ ਆ ਉਹਨੂੰ ਕੈਲਕੂਲੇਟ ਕਰਾਂਗੇ, ਫਿਰ ਦੇਖਾਂਗੇ ਕਿੰਨੀ ਗੁੱਡਵਿਲ ਉਹ ਫਰਮ ਦੇ ਵਿੱਚ ਲੈ ਕੇ ਆਇਆ ਵਾ। ਐਨ ਬ੍ਰਿੰਗ ਹਿਜ਼ ਸ਼ੇਅਰ ਆਫ ਗੁੱਡਵਿਲ ਇਨ ਦਾ ਕੈਸ਼ ਪਾਰ ਨੈਸੈਸਰੀ ਜਰਨਲ ਐਂਟਰੀ। ਠੀਕ ਹੈ, ਜਿਹੜਾ N ਵਾ ਨਵਾਂ ਪਾਰਟਨਰ ਆ ਰਿਹਾ ਵਾ ਉਹ ਜਿਹੜੀ ਗੁੱਡਵਿਲ ਆ ਉਹ ਕੈਸ਼ ਦੇ ਵਿੱਚ ਲੈ ਕੇ ਆਇਆ। ਜਿਵੇਂ 60,000 ਆ ਤਾਂ 60,000 ਦੇ ਵਿੱਚ ਪਹਿਲਾਂ ਆਪਾਂ ਉਹਦਾ ਸ਼ੇਅਰ ਦੇਖਾਂਗੇ ਕਿੰਨਾ ਵਾ। N ਦਾ ਸ਼ੇਅਰਸ ਆਫ ਗੁੱਡਵਿਲ 60,000 1/4 1/4 ਲੈ ਕੇ ਆਇਆ ਵਾ, ਯਾਨੀ ਟੋਟਲ ਉਹ ਕਿੰਨੀ ਆ 60,000 ਦੇ ਵਿੱਚ 15,000 ਦੀ ਉਹਦੀ ਆਪਣਾ ਪ੍ਰੀਮੀਅਮ ਆ। ਤੇ ਹੁਣ ਆਪਾਂ ਫਸਟ ਐਂਟਰੀ ਕੀ ਪਾਵਾਂਗੇ, ਕੈਸ਼ ਟੂ ਪ੍ਰੀਮੀਅਮ 15,000 ਦੇ ਨਾਲ। ਉਸ ਤੋਂ ਬਾਅਦ ਸੈਕਿੰਡ ਐਂਟਰੀ ਕੀ ਪਾਣੀ ਆ, ਪ੍ਰੀਮੀਅਮ ਟੂ L। ਅਦਰਵਾਈਜ਼ ਆਪਾਂ ਐਂਟਰੀ ਕੀ ਪਾਉਂਦੇ ਆ, ਪ੍ਰੀਮੀਅਮ ਟੂ ਆਲ ਪਾਰਟਨਰ। ਬਟ ਇੱਥੇ ਆਪਾਂ ਨੂੰ ਮੈਂਸ਼ਨ ਕੀਤਾ ਸੀਗਾ ਕਿ ਜਿਹੜਾ ਵੀ ਗੁੱਡਵਿਲ ਉਹ ਲੈ ਕੇ ਆਇਆ ਨਵੀਂ ਪਾਰਟਨਰ ਗੁੱਡਵਿਲ ਜਿੰਨੀ ਵੀ ਲੈ ਕੇ ਆਇਆ ਉਹ ਸਾਰੇ ਦੀ ਸਾਰੀ L ਨੇ ਟੇਕ ਓਵਰ ਕਰ ਲਈ। ਤਾਂ ਐਂਟਰੀ ਪੈ ਗਈ ਪ੍ਰੀਮੀਅਮ ਟੂ L 15,000। ਠੀਕ ਹੈ, ਨੈਕਸਟ ਦੇਖੋ ਇਲਸਟ੍ਰੇਸ਼ਨ ਨੰਬਰ 17। ਇਫ ਆਊਟ ਆਫ ਦਾ 올ਡ ਪਾਰਟਨਰਸ ਵਨ ਪਾਰਟਨਰ ਸੈਕਰੀਫਾਈਸ ਐਂਡ ਅਦਰ ਦਾ ਗੇਨ। ਜਦੋਂ ਤੁਹਾਨੂੰ ਇੱਥੇ ਦੋਨੇ ਰੇਸ਼ੋਜ਼ ਦਿੱਤੀਆਂ ਹੋਣ ਤਾਂ ਦੋਨੋਂ ਰੇਸ਼ੋਜ਼ ਦੇ ਵਿੱਚ ਆਪਾਂ ਜਿਵੇਂ ਪਿੱਛੇ ਵਾਲੇ ਚੈਪਟਰ ਜਦੋਂ ਕੀਤੇ ਸੀਗੇ ਪਾਰਟਨਰਸ਼ਿਪ ਦੇ ਉਹਦੇ ਵਿੱਚ ਆਪਾਂ ਗੇਨਿੰਗ ਤੇ ਸੈਕਰੀਫਾਈਸ ਕਰਦੇ ਸੀ ਤੇ ਆਪਾਂ ਐਂਟਰੀ ਵੀ ਪਾਉਂਦੇ ਸੀਗੇ ਗੇਨਿੰਗ ਟੂ ਸੈਕਰੀਫਾਈਸ। ਹੁਣ ਜਦੋਂ ਤੁਹਾਨੂੰ ਇੱਥੇ ਦੋਨੇ ਰੇਸ਼ੋਜ਼ ਦਿੱਤੀਆਂ ਹੁਣ ਦੇਖੋ ਇਹਦੇ ਵਿੱਚ ਪੁਰਾਣੀ ਰੇਸ਼ੋ ਵੀ ਦਿੱਤੀ ਹੋਈ ਆ ਤੇ ਨਵੀਂ ਰੇਸ਼ੋ ਵੀ ਦਿੱਤੀ ਹੋਈ ਆ। ਤਾਂ ਇਹਦੇ ਵਿੱਚ ਆਪਾਂ ਦੇਖਣਾ ਵਾ ਕਿਹੜਾ ਪਾਰਟਨਰ ਸੈਕਰੀਫਾਈਸ ਆ ਤੇ ਕਿਹੜਾ ਪਾਰਟਨਰ ਗੇਨ ਵਾ। ਜਿਵੇਂ P ਤੇ Q ਪਾਰਟਨਰਸ ਨੇ, ਸ਼ੇਅਰਿੰਗ ਪ੍ਰੋਫਿਟ ਐਂਡ ਦਾ ਲਾਸ ਇਨ ਦਾ ਰੇਸ਼ੋ ਦਿੱਤੀ ਹੋਈ ਆ 3 ਤੇ 2। A ਨਿਊ ਪਾਰਟਨਰ R ਇਜ਼ ਐਡਮਿਟਡ, R ਨਵਾਂ ਪਾਰਟਨਰ ਆ ਰਿਹਾ ਵਾ।
द न्यू रेशो 1:3:1, ठीक है, नवी रेशो दी 1:3 ते 1। गुडविल ऑफ द फर्म आर्स एडमिशन इज ₹1,50,000, ठीक है, जो आर की एडमिशन हुई आ उस टाइम फर्म की गुडविल आ 1,50,000 की, सारिया दी इकट्ठिया की गुडविल दी हुई आ। आर ब्रिंग इन कैश इज शेयर ऑफ द गुडविल एंड ₹1 लाख एज अ कैपिटल। आर आ जिन्नी भी गुडविल का शेयर आ कैश च लैके आया तो 1 लाख रुपया वो कैपिटल भी लैके आया वा। ਹੁਣ ਇਹਦੀ ਜਨਰਲ ਐਂਟਰੀ ਪਾਈ ਹੈ। ਜਨਰਲ ਐਂਟਰੀ ਕੀ ਪਊਗੀ ਇਹਦੇ ਕੋਲ, ਆਪਣੇ ਕੋਲ ਦੋ ਚੀਜ਼ਾਂ ਲੈ ਕੇ ਆਇਆ ਵਾ, ਕੈਸ਼ ਟੂ ਪ੍ਰੀਮੀਅਮ ਟੂ ਆਰਟਸ ਕੈਪੀਟਲ। ਜਿਹੜਾ ਨਵਾਂ ਪਾਰਟਨਰ ਉਹ ਕੈਪੀਟਲ ਲੈ ਕੇ ਆਊਗਾ ਤਾਂ ਉਹਦੇ ਨਾਮ ਨਾਲ ਜ਼ਰੂਰ ਮੈਂਸ਼ਨ ਕਰਨੀ ਆ ਟੂ ਆਰਟਸ ਕੈਪੀਟਲ, ਠੀਕ ਹੈ। 30,000 ਦੀ ਦੇਖੋ ਪਹਿਲਾਂ ਦੀ ਕਿਵੇਂ ਕੱਢਾਂਗੇ, 1,50,000 ਦੀ ਟੋਟਲ ਫਰਮ ਦੀ ਸੀਗੀ, ਉਹਦਾ ਸ਼ੇਅਰ ਕਿੰਨਾ ਹੋਊਗਾ 1:3 ਤੇ 1, 1:3:4 ਤੇ 1:5, 1/5। ਦੇਖੋ ਫਰਮ ਦੀ ਗੁਡਵਿਲ ਆ 1,50,000, ਆਰ ਦਾ ਸ਼ੇਅਰ ਸੀਗਾ 1,50,000 ਦਾ 1/5, यानी वो 1,50,000 ਦੇ ਵਿੱਚ ਉਹਦੀ ਗੁਡਵਿਲ ਦਾ ਹਿੱਸਾ ਕਿੰਨਾ ਵਾ 30,000। तो ਪ੍ਰੀਮੀਅਮ ਆ ਗਿਆ 30,000 ਤੇ ਆਰ ਉਹ ਖੁਦ ਕੈਪੀਟਲ ਲੈ ਕੇ ਆਇਆ, ਜਿਹਨੂੰ ਟੋਟਲ ਕੈਸ਼ ਦੇ ਵਿੱਚ ਕਿੰਨਾ ਲੈ ਕੇ ਆਇਆ 1,30,000 ਰੁਪਏ। ਅੱਗੇ ਐਂਟਰੀ ਕੀ ਪਾਉਂਦੇ ਆਪਾਂ, ਪ੍ਰੀਮੀਅਮ ਟੂ ਓਲਡ ਪਾਰਟਨਰਸ। ਜਿਹੜਾ ਪ੍ਰੀਮੀਅਮ ਉਹ 30,000 ਦਾ ਲੈ ਕੇ ਆਇਆ ਤੇ ਬਾਕੀ ਪਾਰਟਨਰਸ ਦੇ ਵਿੱਚ ਡਿਵਾਈਡ ਕਰਨੀ ਆ, ਬਟ ਇੱਥੇ ਆਪਾਂ ਦੋ ਰੇਸ਼ੋ ਦਿੱਤੀਆਂ ਹੋਈਆਂ ਨੇ। ਪਹਿਲਾਂ ਆਪਾਂ ਗੇਨਿੰਗ ਟੂ ਸੈਕਰੀਫਾਈਸ ਵੀ ਕੈਲਕੂਲੇਟ ਕਰਾਂਗੇ। देखो सैकेंड वर्किंग नोट के पहला आप पी का सैक्रीफाइस कटांगे। पी का सैक्रीफाइस की आ ओल्ड शेयर माइनस न्यू। ओल्ड कितना वा 3/5 तो न्यू कितना वा 1/5। इनू सॉल्व किया आ गया अपने को 2/5। सेम इदा आप क्या का सैक्रीफाइस कढ़िया, ओल्ड शेयर माइनस न्यू। ओल्ड से 2/5 तो न्यू आ 3/5। फिर इनू सॉल्व किया, ये अपने को आ गया -1/5। क्याउज गेन 1/5। नैगेटिव सैक्रीफाइस मीन गेन, ठीक है। जे माइनस के आ गए तो इट मीनस की है ये अपने को गेनिंग पार्टनर आ, जो पॉजिटिव के आए वो की होगा अपने को सैक्रीफाइस पार्टनर, ठीक है। यानी क्याऊ विल बी कंपनसेट 1,50,000 का कितना वा 1/5 30,000। यानी हम अपने को एंट्री की पैंती है गेनिंग टू सैक्रीफाइस। प्रीमियम अकाउंट डैबिट ये तो पानी पानी है जी बाकी पार्टनर से डिवाइड करनी आ एंट्री पऊगी गेनिंग टू सैक्रीफाइस। गेनिंग पार्टनर आ क्याऊ तो सैक्रीफाइस पार्टनर तुहाडे कोल पी। ਹੁਣ ਕਿੰਨਾ ਪ੍ਰੀਮੀਅਮ ਸੀਗਾ ਉਹਦੇ ਕੋਲ 30,000 ਤੇ ਕਿਆਊ ਨੇ ਕਿੰਨਾ ਗੇਨ ਕੀਤਾ ਵਾ 1,50,000 ਦਾ 30,000 ਉਹ ਹੋ ਗਿਆ ਟੋਟਲ 30,000 ਤੇ ਪੀ ਦੇ ਅਕਾਊਂਟ 'ਚ ਟ੍ਰਾਂਸਫਰ ਕਰਤਾ ਆਪਾਂ 60,000। ਕਲੀਅਰ ਹੈ। ਇਹਨਾਂ ਧਿਆਨ ਰੱਖਣਾ ਕਿ ਪਿੱਛੇ ਵਾਲੇ ਦੇ ਵਿੱਚ ਆਪਣੇ ਕੋਲ ਇੱਕ ਸਿੰਗਲ ਹੀ ਆਈ ਆ ਪ੍ਰੀਮੀਅਮ ਟੂ ਆਲ ਪਾਰਟਨਰ ਆਈ ਆ, ਬਟ ਜਿੱਥੇ ਤੁਹਾਨੂੰ ਦੋ ਰੇਸ਼ੋਜ਼ ਦਿੱਤੀਆਂ ਹੋਣ, ਜਿਵੇਂ ਸਮ ਦੇ ਵਿੱਚ ਤੁਹਾਨੂੰ ਪੁਰਾਣੀ ਰੇਸ਼ੋ ਵੀ ਦਿੱਤੀ ਹੋਈ ਆ, ਨਵੀਂ ਰੇਸ਼ੋ ਵੀ ਦਿੱਤੀ ਹੋਈ ਆ, ਹੁਣ ਇਹ ਦੋਨੇ ਰੇਸ਼ੋ ਦਿੱਤੀਆਂ ਹੋਣ ਕਰਕੇ ਤੁਸੀਂ ਇੱਥੇ ਗੇਨਿੰਗ ਟੂ ਸੈਕਰੀਫਾਈਸ ਪਾਰਟਨਰ ਕੱਢਣਾ ਵਾ। ਤਾਂ ਐਂਟਰੀ ਇੱਥੇ ਤੁਹਾਡੀ ਕੰਬਾਈਨ ਪਊਗੀ ਪੀਜ਼ ਕੈਪੀਟਲ ਪੀਜ਼ ਪ੍ਰੀਮੀਅਮ ਅਕਾਊਂਟ ਡੈਬਿਟ। ਜਿਹੜਾ ਪਾਰਟਨਰ ਆਪਣਾ ਪ੍ਰੀਮੀਅਮ ਲੈ ਕੇ ਆਇਆ ਉਹਨੂੰ ਤਾਂ ਆਪਾਂ ਡੈਬਿਟ ਕਰਨਾ ਹੀ ਕਰਨਾ ਵਾ, ਤੇ ਬਾਕੀ ਜਿਹੜੀ ਆ ਉਹ ਆਪਾਂ ਪਾਵਾਂਗੇ ਸੈਕਿੰਡ ਨਾਲ ਐਂਟਰੀ ਐਡ ਹੋ ਜੂਗੀ ਗੇਨਿੰਗ ਟੂ ਸੈਕਰੀਫਾਈਸ ਦੇ ਵਿੱਚ। ਕਲੀਅਰ ਹੈ। ਹੁਣ ਇਹਦੇ ਨਾਲ ਤੇ ਮੈਂ ਬਾਕੀ ਸਮ ਤੁਹਾਨੂੰ ਸੈਂਡ ਕਰ ਦੂੰਗੀ ਆਪਣੇ ਜਿਹੜੇ ਸਾਹਮਣੇ ਉਹ ਕੰਪਲੀਟ ਕਰ ਲਿਓ।